ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜਾ ਇਹੋ ਹਿਰਦਾ ਦੇਹ ਨ ਹੋਤੀ, ਤਉ ਮਨ ਕੈਠੈ ਰਹਤਾ। ਨਾਭ ਕਮਲ ਅਸਥੰਭ ਨ ਹੋਤੋ, ਤਾ ਪਵਨ ਕਵਨ ਕਰ ਸਹਤਾ। ਰੂਪ ਨ ਹੋਤੋ ਰੇਖ ਨ ਕਾਈ, ਤਾ ਸ਼ਬਦ ਕਹਾ ਲਿਵ ਲਾਈ। ਰਕਤ ਬਿੰਦ ਕੀ ਮੜੀ ਨ ਹੋਤੀ, ਮਿਤ ਕੀਮਤ ਨਹੀਂ ਪਾਈ। ਵਰਨ ਭੇਖ ਅਸਰੂਪ ਨ ਜਾਪੀ, ਕਿਉ ਕਰ ਜਾਪਸ ਸਾਚਾ। ਨਾਨਕ ਨਾਮ ਰਤੇ ਬੈਰਾਗੀ, ਏਬ ਤਬ ਸਾਚੋ ਸਾਚਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਅਸਥਾਨ ਸੋ ਘਰ ਵਿਖੇ ਚੱਲ ਰਹੀ ਲੜੀਵਾਰ ਸਤਿਗੁਰੂ ਗਰੀਬ ਨਵਾਜ ਜੀ ਦੀ ਬਾਣੀ ਦੀ ਵਿਆਖਿਆ, ਜੋ 945 ਅੰਗ ਉੱਪਰ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਸਿੱਧ ਗੋਸ਼ਟ ਦੀ ਵਿਚਾਰ ਚੱਲ ਰਹੀ ਹੈ, ਜੋ ਸਿੱਧਾਂ ਨਾਲ ਗੁਰੂ ਸਾਹਿਬ ਦੇ ਸਵਾਲ ਜਵਾਬ ਵਿਚਾਰ ਵਟਾਂਦਰਾ ਹੋਇਆ। ਸਤਿਗੁਰੂ ਨੇ ਆਪਣਾ ਜਿਹੜਾ ਉਪਦੇਸ਼ ਸੀ ਬਖਸ਼ਿਸ਼ ਕੀਤਾ ਕਿ ਸਾਡਾ ਜਿਹੜਾ ਸਿਧਾਂਤ ਹੈ ਉਹ ਸ਼ਬਦ ਹੈ ਔਰ ਸਹਿਜ ਮਾਰਗ ਹੈ। ਉਹਨਾਂ ਦਾ ਮਾਰਗ ਹਠ ਸੀ, ਉਹ ਧਿਆਨ ਦੇ ਮਾਰਗ ਤੇ ਰਿੱਧੀਆਂ ਸਿੱਧੀਆਂ ਦੇ ਮਾਰਗ ਤੇ ਸਨ। ਤਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜੋ ਇਹ ਮਰਿਆਦਾ ਦਮਦਮਾ ਸਾਹਿਬ ਜੀ ਦੀ ਧਰਤੀ ਤੇ ਆਪ ਕਥਾ ਕੀਤੀ, ਗੁਰਸਿੱਖਾਂ ਨੂੰ ਨਜ਼ਰੀ ਨਜ਼ਰ ਨਿਹਾਲ ਕੀਤਾ ਔਰ ਗੁਰਸਿੱਖਾਂ ਦੇ ਵਿੱਚ ਇਹ ਕਥਾ ਦੀ ਰੀਤ ਜਿਹੜੀ ਹੈ ਪਰਪੱਕ ਕੀਤੀ। ਉਸੇ ਦਾ ਸਦਕਾ ਓਟ ਆਸਰਾ ਆਪਾਂ ਵਿਚਾਰ ਕਰ ਰਹੇ ਹਾਂ। ਸਿੱਧ ਇਹ ਸਵਾਲ ਕਰਦੇ ਹਨ, ਜਾ ਇਹੋ ਹਿਰਦਾ ਦੇਹ ਨ ਹੋਤੀ। ਉਹ ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛਦੇ ਨੇ ਕਿ ਮਹਾਰਾਜ, ਜਦੋਂ ਦੇਹਾਂ ਨਹੀਂ ਸਨ ਬਣੀਆਂ, ਜਦੋਂ ਇਸ ਸੰਸਾਰ ਦੀ ਰਚਨਾ ਹੀ ਨਹੀਂ ਸੀ ਹੋਈ, ਤਾਂ ਜਦੋਂ ਦੇਹ ਨਹੀਂ ਸੀ ਤੇ ਹਿਰਦਾ ਕਿੱਥੇ ਸੀ? ਤੇ ਹਿਰਦਾ ਜਦੋਂ ਨਹੀਂ ਸੀ, ਕੁਝ ਵੀ ਨਹੀਂ ਸੀ, ਉਸ ਵੇਲੇ ਕਿਵੇਂ ਅੱਗੇ ਪੁੱਛਦੇ ਹਨ ਹੋਰ, ਤਉ ਮਨ ਕੈਠੈ ਰਹਤਾ। ਤਾਂ ਮਨ ਜਿਹੜਾ ਉਹ ਕਿੱਥੇ ਰਹਿੰਦਾ? ਕਿਉਂਕਿ ਮਨ ਦਾ ਜਿਹੜਾ ਅਸਥੂਲ ਸੈਂਟਰ ਹੈ ਉਹ ਹਿਰਦਾ ਹੈ। ਹਿਰਦੇ ਵਾਲੀ ਟਿਕਾਣੇ 'ਤੇ ਰਹਿੰਦਾ ਮਨ। ਵੈਸੇ ਸਾਰੇ ਘੁੰਮਦਾ ਸਰੀਰ ਦੇ, ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਤੱਕ ਸਾਰੇ ਭਰਮਣ ਕਰਦਾ 9 ਦੁਆਰਿਆਂ ਦਾ। ਨਾਭ ਕਮਲ ਅਸਥੰਭ ਨ ਹੋਤੋ। ਮਹਾਰਾਜ ਕਹਿੰਦੇ, ਸਿੱਧ ਕਹਿੰਦੇ ਮਹਾਰਾਜ ਕਿ ਜਦੋਂ ਸਰੀਰ ਨਹੀਂ ਸੀ ਤਾਂ ਨਾਭੀ ਵੀ ਨਹੀਂ ਸੀ, ਨਾਭ ਕਮਲ ਹੀ ਨਹੀਂ ਸੀ, ਤਾਂ ਸਵਾਸਾਂ ਦਾ ਜਿਹੜਾ ਸਤੰਭ ਹੈ, ਥੰਮ ਹੈ, ਉਹ ਵੀ ਨਹੀਂ ਸੀ। ਤਾ ਪਵਨ ਕਵਨ ਕਰ ਸਹਤਾ। ਤਾਂ ਪਵਨ ਜਿਹੜਾ ਹੈ, ਸਵਾਸ ਹੈ, ਇਹ ਕਿਹੜੀ ਥਾਂ ਤੇ, ਪ੍ਰਾਣ ਕਿੱਥੇ ਰਹਿੰਦੇ ਸਨ? ਰੂਪ ਨ ਹੋਤੋ ਰੇਖ ਨ ਕਾਈ। ਮਹਾਰਾਜ ਕਹਿੰਦੇ ਜਦੋਂ ਸਿੱਧ ਕਹਿੰਦੇ ਰੂਪ ਹੀ ਕੋਈ ਨਹੀਂ ਸੀ, ਕੋਈ ਰੇਖ ਨਹੀਂ ਸੀ, ਤਾ ਸ਼ਬਦ ਕਹਾ ਲਿਵ ਲਾਈ। ਤਾਂ ਉਸ ਵੇਲੇ ਸ਼ਬਦ ਵਿੱਚ ਕੌਣ ਲਿਵ ਲਾਉਂਦਾ ਸੀ? ਰਕਤ ਬਿੰਦ ਕੀ ਮੜੀ ਨ ਹੋਤੀ। ਇਹ ਰਕਤ ਬਿੰਦ ਦੀ ਜਿਹੜੀ ਮਾਤਾ ਦਾ ਰਕਤ, ਪਿਤਾ ਦਾ ਬਿੰਦ ਦੀ ਬਣੀ ਹੋਈ ਮੜੀ, ਯਾਨੀ ਕਿ ਸਰੀਰ ਵੀ ਨਹੀਂ ਸੀ ਉਸ ਟਾਈਮ ਤੇ। ਮਿਤ ਕੀਮਤ ਨਹੀਂ ਪਾਈ। ਤਾਂ ਉਸ ਵੇਲੇ ਦੀ ਕੀਮਤ ਪਾਈ ਤੇ ਸ਼ਕਤੀ ਦਾ ਪਤਾ ਨਹੀਂ ਕੀ ਸੀ ਉਸ ਵੇਲੇ। ਵਰਨ ਭੇਖ ਅਸਰੂਪ ਨ ਜਾਪੀ। ਜਦੋਂ ਵਰਨ ਭੇਖ ਤੇ ਕੋਈ ਸਰੂਪ ਹੀ ਨਹੀਂ ਸੀ ਜਾਪਦਾ, ਕਿਉ ਕਰ ਜਾਪਸ ਸਾਚਾ। ਉਸ ਵੇਲੇ ਸੱਚੇ ਵਾਹਿਗੁਰੂ ਨੂੰ ਕਿਵੇਂ ਜਪਿਆ ਜਾਂਦਾ ਸੀ? ਨਾਨਕ ਨਾਮ ਰਤੇ ਬੈਰਾਗੀ। ਗੁਰੂ ਸਾਹਿਬ ਸੰਖੇਪ ਜਵਾਬ ਦਿੰਦੇ ਹਨ, ਕਹਿਣ ਲੱਗੇ ਨਾਮ ਰਤੇ ਬੈਰਾਗੀ। ਉਸ ਵੇਲੇ ਵੈਰਾਗੀ ਦੇ ਨਾਮ ਦੇ ਵਿੱਚ ਆਪ ਹੀ ਉਹ ਵਿਰਾਗ ਦੇ ਵਿੱਚ ਰੰਗਿਆ ਹੋਇਆ ਸੀ ਪਰਮੇਸ਼ਰ। ਤਬ ਸਾਚੋ ਸਾਚਾ। ਹੁਣ ਵੀ ਤੇ ਉਦੋਂ ਵੀ ਸੱਚਾ ਕਾਇਮ ਸੀ, ਭਾਵ ਵਾਹਿਗੁਰੂ
ਉਦੋਂ ਵੀ ਆਪਣੇ ਵਿਰਾਗ ਦੇ ਵਿੱਚ ਸੀ, ਆਨੰਦ ਦੇ ਵਿੱਚ ਸੀ ਜਿਵੇਂ ਹੁਣ ਹੈ। ਹਿਰਦਾ ਦੇਹ ਨ ਹੋਤੀ ਉਦੋ। ਤਾਂ ਉਸ ਵੇਲੇ ਗੁਰੂ ਸਾਹਿਬ ਫਿਰ ਜਵਾਬ ਦਿੰਦੇ ਨੇ ਸਵਾਲਾਂ ਦਾ। ਕਹਿਣ ਲੱਗੇ ਐ ਸਿੱਧੋ, ਜਦੋਂ ਹਿਰਦਾ ਦੇਹ ਨਹੀਂ ਸੀ ਉਸ ਵੇਲੇ ਤਉ ਮਨ ਸੁਨ ਰਹਿ ਬੈਰਾਗੀ। ਤਾਂ ਉਸ ਵੇਲੇ ਮਨ ਜਿਹੜਾ ਸੀ ਇਹ ਸੁੰਨ ਦੇ ਵਿੱਚ ਰਹਿੰਦਾ ਹੈ। ਸੁੰਨ ਦੇ ਸੁੰਨ ਅਵਸਥਾ ਦੇ ਵਿੱਚ ਜਿਹੜੀ 4 ਪ੍ਰਕਾਰ ਦੀ ਸੁੰਨ ਹੈ, ਔਰ ਵੈਰਾਗੀ ਯਾਨੀ ਕਿ ਮੁਕਤ ਰਹਿੰਦਾ ਹੈ। ਨਾਭ ਕਮਲ ਅਸਥੰਭ ਨ ਹੋਤੋ। ਜਦੋਂ ਨਾਭ ਕਮਲ ਅਸਥੰਭ ਨਹੀਂ ਹੁੰਦਾ ਯਾਨੀ ਕਿ ਸਰੀਰ ਛੁੱਟ ਜਾਂਦਾ, ਖਤਮ ਹੋ ਜਾਂਦਾ, ਉਸ ਟਾਈਮ ਤਾਂ ਨਿਜ ਕਰ ਬਸਤਉ ਪਵਨ ਅਨਰਾਗੀ। ਜਿਹੜਾ ਪਵਨ ਹੈ ਪ੍ਰਾਣ ਨੇ, ਉਹ ਨਿਜ ਘਰ ਦੇ ਵਿੱਚ ਸ਼ਬਦ ਦੇ ਵਿੱਚ ਨਿਵਾਸ ਕਰਦੇ ਹਨ ਅਨੁਰਾਗੀ ਹੋ ਕੇ। ਰੂਪ ਨ ਰੇਖਿਆ ਜਾਤ ਨ ਹੋਤੀ। ਤਾਂ ਉਸ ਵੇਲੇ ਜਦੋਂ ਕੋਈ ਰੂਪ ਰੇਖ ਤੇ ਜਾਤ ਵੀ ਨਹੀਂ ਸੀ, ਤਉ ਅਕੁਲੀਨ ਰਹਤੋ ਸਬਦ ਸਉ ਸਾਰ। ਤਾਂ ਉਸ ਵੇਲੇ ਅਕੁਲੀਨ ਜਿਹੜਾ ਕੁਲਾਂ ਵਿੱਚ ਨਹੀਂ ਆਉਂਦਾ, ਜਿਹੜਾ ਪਰਿਵਾਰਾਂ ਵਿੱਚ ਨਹੀਂ ਆਉਂਦਾ, ਜਨਮ ਨਹੀਂ ਲੈਂਦਾ, ਜਿਹੜਾ ਸ਼ਬਦ ਗੁਰੂ ਹੈ ਉਹਦੇ ਸ੍ਰੇਸ਼ਟ ਸ਼ਬਦ ਜਿਹੜਾ ਵਾਹਿਗੁਰੂ ਦੇ ਵਿੱਚ ਸੀ ਉਹਦੇ ਵਿੱਚ ਨਿਵਾਸ ਰੱਖਦਾ ਸੀ। ਗੌਣ ਗਗਨ ਜਬ ਤਬਹਿ ਨ ਹੋਤੋ। ਕਹਿਣ ਲੱਗੇ ਉਸ ਵੇਲੇ ਗੌਣ ਭਵਨਾ ਜਿਹੜਾ ਨਹੀਂ ਸੀ, ਗਤੀ ਨਹੀਂ ਸੀ, ਔਰ ਗਗਨ ਵੀ ਨਹੀਂ ਸੀ। ਕਹਿਣ ਲੱਗੇ ਜਬ ਤਬੈ ਨਾ ਹੋਤੋਂ, ਉਸ ਵੇਲੇ ਨਹੀਂ ਸਨ ਕੋਈ ਵੀ। ਤ੍ਰਿਭੁਵਨ ਜੋਤ ਆਪੇ ਨਿਰੰਕਾਰ। ਉਸ ਵੇਲੇ ਤਿੰਨਾਂ ਭਵਨਾਂ ਵਾਲੀ ਜਿਹੜੀ ਜੋਤ ਹੁਣ 3 ਭਵਨਾਂ ਵਿੱਚ ਪਸਰੀ ਹੋਈ ਹੈ, ਉਹਦੀ ਜੋਤ ਆਪੇ ਨਿਰੰਕਾਰ ਉਸ ਵੇਲੇ ਵੀ ਜੋਤ ਦੇ ਸਰੂਪ ਦੇ ਅੰਦਰ ਸੀ। ਵਰਨ ਭੇਖ ਅਸਰੂਪ ਸੋ ਏਕੋ। ਉਸ ਵੇਲੇ ਵਰਨ ਭੇਖ ਸਰੂਪ ਉਹਦਾ ਇੱਕੋ, ਆਪਣੇ ਆਪ ਉਹ ਨਿਰੰਕਾਰ ਸੀ ਜਿਹੜਾ ਉਹਦੇ ਵਿੱਚ ਹੀ ਸੀ ਸਾਰਾ ਕੁਝ। ਏਕੋ ਸ਼ਬਦ ਵਿਡਾਣੇ। ਕਹਿਣ ਲੱਗੇ ਇੱਕੋ ਸ਼ਬਦ, ਹੈਰਾਨ ਕਰ ਦੇਣ ਵਾਲੀ ਸ਼ਕਤੀ ਸ਼ਬਦ ਹੈ ਜਿਹੜੀ, ਉਹ ਵੀ ਸਾਰਾ ਕੁਝ ਹੀ ਭਾਵ ਜੋ ਵੀ ਅੱਜ ਪ੍ਰਗਟ ਹੋਇਆ ਹੈ ਇਹ ਗੁਪਤ ਰੂਪ ਵਿੱਚ ਵਾਹਿਗੁਰੂ ਦੇ ਅੰਦਰ ਸੀ। ਸਾਚ ਬਿਨਾ ਸੋ ਚਾਕੋ ਨਾਹੀ। ਮਹਾਰਾਜ ਕਹਿੰਦੇ ਸੱਚੇ ਨਾਮ ਤੋਂ ਬਿਨਾ ਕੋਈ ਪਵਿੱਤਰ ਨਹੀਂ ਹੋ ਸਕਦਾ। ਨਾਨਕ ਅਕਥ ਕਹਾਣੀ। ਤੇ ਸੁੱਚੇ ਹੋਣ ਦੀ ਕਹਾਣੀ ਜਿਹੜੀ ਅਕਥ ਹੈ, ਕਹੀ ਨਹੀਂ ਜਾਂਦੀ। ਕਿਤ ਕਿਤ ਬਿਦ ਜਗ ਉਪਜੈ ਪੁਰਖਾ। ਇਹ ਪੁਰਖਾ ਭਾਵ ਗੁਰੂ ਸਾਹਿਬ ਨੂੰ ਸਵਾਲ ਕਰਦੇ ਹਨ। ਕਹਿੰਦੇ ਕਿਸ ਕਿਸ ਤਰੀਕਿਆਂ ਦੇ ਨਾਲ ਜਗਤ ਦੀ ਪੈਦਾਇਸ਼ ਹੁੰਦੀ ਹੈ। ਕਿਤ ਕਿਤ ਦੁੱਖ ਬਿਨਸ ਜਾਏ। ਕਿਹੜੇ ਕਿਹੜੇ ਦੁੱਖ ਕਰਕੇ ਬਿਨਸ ਜਾਂਦਾ ਹੈ ਸੰਸਾਰ। ਹਉਮੈ ਵਿੱਚ ਜਗ ਉਪਜੈ ਪੁਰਖਾ। ਮਹਾਰਾਜ ਕਹਿੰਦੇ ਐ ਸਿੱਧੋ ਹਉਮੈ ਕਰਕੇ ਪਰਤ ਪਰਤ ਕੇ ਜਨਮ ਹੁੰਦਾ ਹੈ। ਹਉਮੈ ਦੀ ਵਾਸ਼ਨਾ ਕਰਕੇ ਨਾਮ ਵਿਸਰਿਆ ਦੁੱਖ ਪਾਈ। ਤੇ ਇੱਥੇ ਜਨਮ ਲੈ ਕੇ ਨਾਮ ਵਿਸਰਨ ਕਰਕੇ ਦੁੱਖ ਪ੍ਰਾਪਤ ਕਰਦਾ ਹੈ ਜੀਵ ਨਾਮ ਨੂੰ ਭੁੱਲ ਕੇ। ਗੁਰਮੁਖ ਹੋਵੇ ਸੋ ਗਿਆਨ ਤਤ ਵਿਚਾਰੈ। ਜੇ ਕੋਈ ਗੁਰਮੁਖ ਬਣੇ, ਗੁਰੂ ਦੇ ਮਾਰਗ ਤੇ ਚੱਲੇ ਤਾਂ ਗਿਆਨ ਤਤ ਦੀ ਵਿਚਾਰ ਕਰ ਲਵੇ, ਉਸ ਵੇਲੇ ਕਰਦਾ ਹੈ ਉਹ। ਹਉਮੈ ਸ਼ਬਦ ਜਲਾਏ। ਆਪਣੇ ਅੰਦਰੋਂ ਹਉਮੈ ਨੂੰ ਗੁਰੂ ਕੇ ਸ਼ਬਦ ਉਪਦੇਸ਼ ਰਾਹੀਂ ਸਾੜ ਸੁੱਟਦਾ ਹੈ। ਤਨ ਮਨ ਨਿਰਮਲ ਨਿਰਮਲ ਬਾਣੀ। ਉਸ ਵੇਲੇ ਉਹਨਾਂ ਦਾ ਤਨ ਤੇ ਮਨ ਪਵਿੱਤਰ ਹੋ ਜਾਂਦਾ ਹੈ, ਔਰ ਉਹਨਾਂ ਦੀ ਬਾਣੀ ਹੈ ਜਿਹੜੀ ਉਹ ਵੀ ਪਵਿੱਤਰ ਹੁੰਦੀ ਹੈ ਗੁਰਮੁਖਾਂ ਦੀ। ਸਾਚੈ ਰਹਿ ਸਮਾਏ। ਉਹ ਸੱਚੇ ਨਾਮ ਦੇ ਵਿੱਚ ਸਮਾਏ ਰਹਿੰਦੇ ਹਨ ਸਦਾ। ਨਾਮੇ ਨਾਮ ਰਹਿ ਬੈਰਾਗੀ। ਨਾਮੇ ਦੇ ਨਾਮ ਦੇ ਆਸਰੇ, ਨਾਮ ਦੇ ਵਿੱਚ ਹੀ ਸੁਲਤੀ ਰਹਿੰਦੀ, ਨਾਮ ਦੇ ਆਸਰਾ ਰੱਖਦੇ ਨੇ, ਔਰ ਬੈਰਾਗੀ ਰਹਿੰਦੇ ਸੰਸਾਰ ਵੱਲੋਂ। ਸਾਚ ਰੱਖਿਆ ਉਰ ਧਾਰੇ। ਸੱਚਾ ਨਾਮ ਉਹਨਾਂ ਨੇ ਉਰ ਧਾਰੇ, ਧਾਰਨ ਕੀਤਾ ਹੋਇਆ ਆਪਣੇ ਅੰਦਰ। ਨਾਨਕ ਬਿਨ ਨਾਵੈ ਜੋਗ ਕਦੇ ਨਾ ਹੋਵੇ। ਮਹਾਰਾਜ ਕਹਿੰਦੇ ਭਾਈ ਨਾਮ ਤੋਂ ਬਿਨਾ ਕਦੇ ਕੋਈ ਜੋਗ ਜੋਗੀ ਨਹੀਂ ਬਣ ਸਕਦਾ, ਜੋਗ ਜੋੜ ਨਹੀਂ ਬਣ ਸਕਦਾ। ਦੇਖੋ ਹਿਰਦੈ ਵਿਚਾਰੇ। ਆਪਣੇ ਹਿਰਦੇ ਵਿੱਚ ਵਿਚਾਰ ਕੇ ਦੇਖ ਲਓ ਭਾਈ। ਗੁਰਮੁਖ ਸਾਚ ਸ਼ਬਦ ਵਿਚਾਰੈ ਕੋਏ। ਮਹਾਰਾਜ ਕਹਿੰਦੇ ਗੁਰਮੁਖ ਸਾਚ ਸ਼ਬਦ ਵਿਚਾਰੈ ਕੋਈ, ਕੋਈ ਬਿਰਲਾ ਹੀ ਗੁਰਮੁਖ ਸੱਚੇ ਸ਼ਬਦ ਦੀ ਵਿਚਾਰ ਕਰਦਾ ਹੈ। ਗੁਰਮੁਖ ਸੱਚ ਬਾਣੀ ਪ੍ਰਗਟ ਹੋਏ। ਮਹਾਰਾਜ ਕਹਿੰਦੇ ਹਨ ਗੁਰਮੁਖ ਜਦੋਂ ਗੁਰੂ ਦੇ ਮਾਰਗ ਤੇ ਚੱਲਦਾ ਹੈ ਤੇ ਸੱਚ ਸਰੂਪ ਬਾਣੀ ਪ੍ਰਗਟ ਹੁੰਦੀ ਹੈ। ਗੁਰਮੁਖ ਮਨ ਭਿਜੈ ਬਿਰਲਾ ਬੁਝੈ ਕੋਏ। ਗੁਰੂ ਦੀ ਕਿਰਪਾ ਨਾਲ ਗੁਰਮੁਖ ਦਾ ਮਨ ਭਿੱਜ ਜਾਂਦਾ ਨਾਮ ਦੇ ਰਸ ਦੇ ਅੰਦਰ। ਉਸ ਅਵਸਥਾ ਨੂੰ ਕੋਈ ਵਿਰਲਾ ਹੀ ਜਾਣ ਸਕਦਾ ਹੈ। ਗੁਰਮੁਖ ਨਿਜ ਘਰ ਵਾਸਾ ਹੋਏ। ਗੁਰ ਸਿੱਖਾਂ ਦਾ, ਗੁਰੂ ਕੇ ਪਿਆਰਿਆਂ ਦਾ ਨਿਜ ਘਰ ਸ਼ਬਦ ਵਿੱਚ ਵਾਸਾ ਹੋ ਜਾਂਦਾ ਹੈ। ਗੁਰਮੁਖ ਜੋਗੀ ਜੁਗਤ ਪਛਾਣੈ। ਗੁਰਮੁਖ ਜੋਗੀ ਹੈ, ਜੁੜਿਆ ਹੋਇਆ ਪਰਮੇਸ਼ਰ ਦੇ ਨਾਲ,
ਔਰ ਜੁੜਨ ਦੀ ਜੁਗਤ ਵੀ ਪਹਿਚਾਨ ਲੈਂਦਾ ਕਿਵੇਂ ਜੁੜੀਦਾ ਹੈ। ਗੁਰਮੁਖ ਨਾਨਕ ਏਕੋ ਜਾਣੈ। ਇਸ ਤਰ੍ਹਾਂ ਗੁਰਮੁਖ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੱਕੋ ਨੂੰ ਜਾਣਦਾ, ਗਰੀਬ ਨਵਾਜ ਨੂੰ ਹੋਰ ਕੋਈ ਆਸਰਾ ਨਹੀਂ ਬਣਾਉਂਦਾ ਆਪਣਾ। ਬਿਨ ਸਤਿਗੁਰ ਸੇਵੇ ਜੋਗ ਨ ਹੋਈ। ਮਹਾਰਾਜ ਕਹਿੰਦੇ ਸੱਚੇ ਸਤਿਗੁਰੂ ਦੀ ਸੇਵਾ ਤੋਂ ਬਿਨਾਂ ਜੋਗ ਨਹੀਂ ਹੁੰਦਾ, ਕਦੀ ਸਫਲ ਨਹੀਂ ਹੁੰਦਾ ਮਨੁੱਖ ਜੋਗ ਵਿੱਚ। ਬਿਨ ਸਤਿਗੁਰ ਭੇਟੇ ਮੁਕਤ ਨ ਕੋਈ। ਸੱਚੇ ਸਤਿਗੁਰੂ ਸ਼ਬਦ ਸਰੂਪ ਨੂੰ ਭੇਟਣ ਤੋਂ ਬਿਨਾਂ ਕਦੀ ਮੁਕਤੀ ਨਹੀਂ ਹੁੰਦੀ। ਬਿਨ ਸਤਿਗੁਰ ਭੇਟੇ ਨਾਮ ਪਾਇਆ ਨਾ ਜਾਏ। ਸਤਿਗੁਰੂ ਸੱਚੇ ਪਾਤਸ਼ਾਹ ਬਾਣੀ ਸਰੂਪ ਨੂੰ ਮਿਲਣ ਤੋਂ ਬਿਨਾਂ ਨਾਮ ਨਹੀਂ ਪ੍ਰਾਪਤ ਹੁੰਦਾ, ਪੰਜ ਪਿਆਰਿਆਂ ਤੋਂ ਬਿਨਾਂ। ਬਿਨ ਸਤਿਗੁਰ ਭੇਟੇ ਮਹਾ ਦੁਖ ਪਾਏ। ਇਸ ਤਰ੍ਹਾਂ ਬਿਨਾਂ ਸਤਿਗੁਰੂ ਜੀ ਤੋਂ ਭੇਟੇ ਮਿਲਣ ਤੋਂ ਬਿਨਾਂ ਵੱਡੇ ਦੁੱਖ ਨੂੰ ਪ੍ਰਾਪਤ ਹੁੰਦਾ ਮਨੁੱਖ। ਬਿਨ ਸਤਿਗੁਰ ਭੇਟੇ ਮਹਾ ਗਰਭ ਗੁਬਾਰ। ਸਤਿਗੁਰੂ ਜੀ ਨੂੰ ਭੇਟਣ ਤੋਂ ਬਿਨਾਂ ਮਿਲਣ ਤੋਂ ਬਿਨਾਂ ਬੜੇ ਵੱਡੇ ਗੁਬਾਰ ਦੇ ਵਿੱਚ, ਗਰਭ ਦੇ ਵਿੱਚ ਫਸਿਆ ਰਹਿੰਦਾ ਮਨੁੱਖ। ਨਾਨਕ ਬਿਨ ਗੁਰ ਮੂਆ ਜਨਮ ਹਾਰ। ਮਹਾਰਾਜ ਕਹਿੰਦੇ ਬਿਨਾਂ ਸਤਿਗੁਰੂ ਜੀ ਦੇ ਪਿਆਰ ਤੋਂ ਬਿਨਾਂ ਇਹ ਜਨਮਦਾ ਰਹਿੰਦਾ, ਮਰਦਾ ਰਹਿੰਦਾ ਹੈ। ਜਿਹੜਾ ਸੰਸਾਰ ਹਾਰ ਜਾਂਦਾ ਆਪਣੇ ਜੀਵਨ ਦੀ ਬਾਜੀ ਨੂੰ। ਗੁਰਮੁਖ ਮਨ ਜੀਤਾ ਹਉਮੈ ਮਾਰ। ਗੁਰਮੁਖਾਂ ਨੇ ਆਪਣਾ ਮਨ ਜਿੱਤ ਲਿਆ ਹੈ। ਕਿਵੇਂ? ਕਹਿੰਦੇ ਹਉਮੈ ਨੂੰ ਮਾਰ ਕਰਕੇ। ਗੁਰਮੁਖ ਸਾਚ ਰੱਖਿਆ ਉਰ ਧਾਰ। ਗੁਰਸਿੱਖਾਂ ਨੇ ਗੁਰਮੁਖਾਂ ਨੇ ਸੱਚੇ ਨਾਮ ਨੂੰ ਹਿਰਦੇ ਦੇ ਅੰਦਰ ਧਾਰਿਆ ਹੋਇਆ ਹੈ। ਗੁਰਮੁਖ ਜਗ ਜੀਤਾ ਜਮਕਾਲ ਮਾਰ ਬਿਦਾਰ। ਗੁਰਮੁਖਾਂ ਨੇ ਜਮਕਾਲ ਨੂੰ, ਜਮਾਂ ਨੂੰ ਮਾਰ ਕੇ, ਵਿਕਾਰਾਂ ਨੂੰ ਮਾਰ ਕੇ ਕਹਿਣ ਲੱਗੇ ਜਗਤ ਜਿੱਤ ਲਿਆ, ਜਗਤ ਵਿੱਚ ਜਿੱਤ ਗਏ ਜਨਮ ਉਹ ਗੁਰਮੁਖ ਪਿਆਰੇ। ਗੁਰਮੁਖ ਦਰਗਹ ਨ ਆਵੈ ਹਾਰ। ਗੁਰੂ ਕੇ ਸਿੱਖ ਗੁਰਮੁਖ ਪਿਆਰੇ ਜਿਹੜੇ ਵਾਹਿਗੁਰੂ ਦੀ ਦਰਗਾਹ ਵਿੱਚ ਜਦੋਂ ਆਉਂਦੇ ਨੇ ਤੇ ਹਾਰ ਕੇ ਨਹੀਂ ਜਾਂਦੇ, ਉੱਥੇ ਭਾਵ ਜਿੱਤ ਕੇ ਜਾਂਦੇ ਨੇ ਜਨਮ ਨੂੰ। ਗੁਰਮੁਖ ਮੇਲ ਮਿਲਾਏ ਸੋ ਜਾਣੈ। ਕਹਿਣ ਲੱਗੇ ਗੁਰਮੁਖਾਂ ਨੂੰ ਵਾਹਿਗੁਰੂ ਸੱਚਾ ਮੇਲ ਮਿਲਾ ਲੈਂਦਾ ਆਪਣੇ ਵਿੱਚ। ਕਿਵੇਂ ਮਿਲਾਉਂਦਾ ਹੈ? ਇਹ ਉਹ ਗੁਰਮੁਖ ਜਾਣਦੇ ਨੇ ਤੇ ਮਿਲਾਉਣ ਵਾਲਾ ਜਾਣਦਾ ਹੈ, ਹੋਰ ਕਿਸੇ ਨੂੰ ਨਹੀਂ ਪਤਾ ਲੱਗਦਾ। ਸਾਰੀ ਅਦ੍ਰਿਸ਼ਟ ਕਹਾਣੀ ਹੈ। ਨਾਨਕ ਗੁਰਮੁਖ ਸ਼ਬਦ ਪਛਾਣੈ। ਮਹਾਰਾਜ ਗਰੀਬ ਨਵਾਜ ਜੀ ਕਹਿੰਦੇ ਗੁਰਮੁਖ ਸ਼ਬਦ ਦੁਆਰਾ ਪਹਿਚਾਣੇ ਜਾਂਦੇ ਨੇ। ਅਕਾਲ ਪੁਰਖ ਨੂੰ ਪਹਿਚਾਨ ਲੈਂਦੇ ਹਨ ਗੁਰੂ ਕੇ ਸ਼ਬਦ ਵਿੱਚ ਜੁੜ ਕੇ। ਸ਼ਬਦੈ ਕਾ ਨਿਬੇੜਾ ਸੁਣ ਤੂੰ ਔਦੂ। ਮਹਾਰਾਜ ਸੱਚੇ ਪਾਤਸ਼ਾਹ ਹੁਣ ਨਿਬੇੜਾ ਕਰਨ ਲੱਗੇ ਨੇ ਇਸ ਬਾਣੀ ਦਾ। ਜਿਹੜਾ ਕਹਿਣ ਲੱਗੇ ਸ਼ਬਦ ਦਾ ਨਿਬੇੜਾ ਸੁਣ ਤੂੰ ਹੁਣ ਇਸ ਵੇਲੇ, ਕਿ ਜਿੰਨੀ ਆਪਾਂ ਚਰਚਾ ਕੀਤੀ ਉਹਦਾ ਤੱਤ ਸੁਣ ਲੈ। ਐ ਔਦੂ ਐ ਜੋਗੀ। ਬਿਨ ਨਾਵੈ ਜੋਗ ਨ ਹੋਏ। ਨਾਮ ਤੋਂ ਬਿਨਾਂ ਜੋੜ ਨਹੀਂ ਬਚ ਸਕਦਾ। ਜਿਵੇਂ ਦੋ ਚੀਜ਼ਾਂ ਟੁੱਟ ਜਾਣ ਤੇ ਉਹਨਾਂ ਵਾਸਤੇ ਇੱਕ ਤੀਜੀ ਚੀਜ਼ ਚਾਹੀਦੀ, ਉਹ ਸਿੱਧੀਆਂ ਨਹੀਂ ਜੁੜਦੀਆਂ। ਕਹਿਹਾਂ ਕੰਚਨ ਟੁੱਟੈ ਸਾਰ, ਅਗਨੀ ਗੰਢ ਪਾਏ ਲੋਹਾਰ। ਇਸ ਤਰ੍ਹਾਂ ਸਿਫਤੀ ਗੰਢ ਪਵੈ ਦਰਬਾਰ। ਵਾਹਿਗੁਰੂ ਦੇ ਚਰਨਾਂ ਦੇ ਨਾਲ ਜਿਹੜਾ ਜੋੜ ਹੈ, ਜਿਹੜੀ ਸੰਧੀ ਹੈ, ਉਹ ਸਾਧ ਸੰਗਤ ਜੀ ਉਸਤਤ ਦੁਆਰਾ ਹੁੰਦੀ ਹੈ, ਵਡਿਆਈ ਦੁਆਰਾ, ਸਿਫਤ ਦੁਆਰਾ, ਮਹਿਮਾ ਕਰਕੇ ਹੁੰਦੀ ਹੈ। ਇਸ ਕਰਕੇ ਨਾਮ ਤੋਂ ਬਿਨਾਂ ਕੋਈ ਜੁੜ ਨਹੀਂ ਸਕਦਾ, ਜੋਗੀ ਨਹੀਂ ਬਣ ਸਕਦਾ। ਨਾਮੇ ਰਾਤੇ ਅਣਦਿਨ ਮਾਤੇ। ਜਿਹੜੇ ਨਾਮ ਦੇ ਵਿੱਚ ਰੰਗੇ ਜਾਂਦੇ ਹਨ ਉਹ ਅਨਦਿਨ, ਦਿਨ ਰਾਤ ਮਾਤੇ ਰਹਿੰਦੇ, ਮਸਤੇ ਰਹਿੰਦੇ, ਮਸਤ ਹੋਏ ਰਹਿੰਦੇ ਹਨ ਨਾਮ ਦੇ ਅੰਦਰ। ਨਾਮੇ ਤੇ ਸੁਖ ਹੋਏ। ਕਹਿਣ ਲੱਗੇ ਨਾਮ ਤੋਂ ਹੀ ਉਹਨਾਂ ਨੂੰ ਸੁਖ ਪ੍ਰਾਪਤ ਹੁੰਦਾ ਹੈ, ਆਨੰਦ। ਨਾਮੇ ਹੀ ਤੇ ਸਭ ਪ੍ਰਗਟ ਹੋਵੇ। ਨਾਮ ਤੋਂ ਹੀ ਸਾਰੀ ਸ੍ਰਿਸ਼ਟੀ ਪ੍ਰਗਟ ਹੁੰਦੀ ਹੈ। ਆਨੰਦ ਜਿਹੜਾ ਜੋ ਵੀ ਸੰਸਾਰ ਵਿੱਚ ਨਜ਼ਰ ਆ ਰਿਹਾ ਹੈ, ਇਹ ਸਭ ਕੁਝ ਸ਼ਬਦ ਤੋਂ ਪ੍ਰਗਟਾਵਾ ਹੁੰਦਾ ਸਾਰਾ। ਨਾਮੇ ਸੋਝੀ ਪਾਈ। ਗੁਰਮੁਖਾਂ ਨੇ ਜਿਹੜੀ ਸੋਝੀ ਪ੍ਰਾਪਤ ਕੀਤੀ ਹੈ, ਜਿਹੜਾ ਗਿਆਨ ਪ੍ਰਾਪਤ ਕੀਤਾ ਹੈ, ਇਹ ਸੋਝੀ ਵੀ ਸਾਰੀ ਨਾਮ ਤੋਂ ਹੀ ਪ੍ਰਗਟ ਹੁੰਦੀ ਹੈ। ਨਾਵੇ ਭੇਖ ਕਰਹਿ ਬਹੁ ਤੇਰੇ। ਜਿਹੜਾ ਸਿਮਰਨ ਨਹੀਂ ਕਰਦਾ, ਨਾਮ ਨਹੀਂ ਜਪਦਾ, ਬੜੇ ਭੇਖ ਕਰਦਾ। ਭੇਖਾਂ ਦਾ ਕੋਈ ਅੰਤ ਨਹੀਂ ਹੈ। ਭੇਖ ਇੱਕ ਪੱਖ ਦੇ ਵਿੱਚ ਚੰਗਾ ਸ਼ੁਰੂ ਦੇ ਵਿੱਚ, ਕਿ ਉਹ ਬੰਦੇ ਨੂੰ ਅੰਤਰਮੁਖੀ ਕਰਦਾ ਹੈ, ਅੰਦਰ ਲੈ ਆਵੇ ਆਪਣੇ ਵਿੱਚ। ਪਰ ਜੇ ਉਹ ਹੀ ਭੇਖ ਕਰਕੇ ਬਸ ਤੁਰਿਆ ਫਿਰੇ, ਸੋਚੇ ਵੀ ਮੈਂ ਤਰ ਗਿਆ, ਤਾਂ ਫਿਰ ਨੁਕਸਾਨ ਕਰਦਾ ਹੈ। ਇਸ ਤਰ੍ਹਾਂ ਨਾਮ ਤੋਂ ਬਿਨਾਂ ਬਹੁਤ ਸਾਰੇ ਲੋਕ ਭੇਖ ਕਰਦੇ ਫਿਰਦੇ ਹਨ। ਸੱਚੇ ਆਪ ਖੁਆਈ। ਉਹ ਸੱਚੇ ਨੇ ਆਪ ਉਹਨਾਂ ਨੂੰ ਖੁਆਈ, ਆਪਣੇ ਤੋਂ ਦੂਰ ਕਰ ਦਿੱਤਾ, ਖੁਆਰ ਕਰ ਦਿੱਤਾ। ਇਕੱਲੇ ਭੇਖ ਕਰਕੇ ਸਿਮਰਨ ਨਹੀਂ ਕਰਦੇ। ਸਤਿਗੁਰ ਤੇ ਨਾਮ ਪਾਈਐ ਔਦੂ। ਇਹ ਔਦੂ ਸਤਿਗੁਰ ਤੋਂ ਨਾਮ ਪ੍ਰਾਪਤ ਹੁੰਦਾ ਹੈ। ਨਾਮ ਸਿੱਧਾ ਨਹੀਂ ਕੋਈ ਜਪ ਲਵੇ, ਕਵੇ ਮੈਂ ਨਾਮ ਜਪ ਲਿਆ। ਤੇ ਸਤਿਗੁਰੂ ਇਹ ਸ਼ਬਦ
ਸ਼ਬਦ ਜਿਹੜਾ 10 ਪਾਤਸ਼ਾਹਾਂ ਦੇ ਰਾਹੀਂ ਪਾਸ ਹੋ ਕੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪ੍ਰਗਟ ਹੋਇਆ ਹੈ। ਅਤੇ ਮਹਾਰਾਜ ਨੇ ਜੋਤ 10ਵੇਂ ਪਾਤਸ਼ਾਹ ਨੇ ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਰੱਖ ਦਿੱਤੀ ਅਤੇ ਇੱਕ ਪਾਸੇ ਦੂਜੇ ਖਾਲਸੇ ਪੰਥ ਵਿੱਚ ਰੱਖ ਦਿੱਤੀ ਸੀ। ਇਸ ਕਰਕੇ ਇੱਥੋਂ 5 ਪਿਆਰਿਆਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ। ਇਹ ਵਿਰਕਤ ਪੁਰਸ਼ ਜੋਗ ਜੁਗਤਤਾ ਹੋਏ, ਤਾਂ ਜੁਗਤ ਆਵੇਗੀ ਜੋਗ ਦੀ। ਜੇ ਸਤਿਗੁਰੂ ਵਾਲਾ ਬਣੇਗਾ ਤਾਂ ਕਰ ਵਿਚਾਰ ਮਨ ਦੇਖੋ ਨਾਨਕ। ਚੰਗੀ ਤਰ੍ਹਾਂ ਵਿਚਾਰ ਕਰਕੇ ਵੇਖ ਲਓ। ਐ ਸਿੱਧੋ ਮਨ ਦੇ ਵਿੱਚ ਚੰਗੀ ਤਰ੍ਹਾਂ ਸੋਚ ਲਓ। ਬਿਨ ਨਾਵੈ ਮੁਕਤ ਨਾ ਹੋਏ, ਨਾਮ ਤੋਂ ਬਿਨਾਂ ਕੋਈ ਵੀ ਸਾਧਨ ਮੁਕਤ ਨਹੀਂ ਕਰ ਸਕਦਾ ਮਨੁੱਖ ਨੂੰ। ਪਦਾਰਥ ਛੱਡ ਜਾਏਗਾ, ਫਿਰ ਉੱਥੇ ਜਾ ਕੇ ਹੋਰ ਇਹਨਾਂ ਨੇ ਚੀਜ਼ਾਂ ਦੇ ਵਿੱਚ ਫਸ ਗਏ ਸੀ ਜਿਹੜੀਆਂ ਸਾਧ ਸੰਗਤ ਜੀ ਰਿੱਧੀਆਂ ਸਿੱਧੀਆਂ। ਅਤੇ ਗੁਰੂ ਸਾਹਿਬ ਨੂੰ ਕਹਿੰਦੇ ਸੀ ਜਾਓ ਇਹਨਾਂ ਨੂੰ ਚੇਲੇ ਬਣਾਉਣਾ। ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਸਿੱਧੀ ਮਨੈ ਵਿਚਾਰਿਆ ਕਿਵੇਂ ਦਰਸ਼ਨ ਲੇਵੈ ਇਹ ਬਾਲਾ। ਉੱਥੇ ਪਾਣੀ ਭਰਨ ਨੂੰ ਭੇਜਿਆ ਵੀ ਜਾਓ ਸੋਨੇ ਚਾਂਦੀ ਹੀਰੇ ਵੇਖ ਕੇ ਇਹਨਾਂ ਦਾ ਮਨ ਲੁਭਾਏਮਨ ਹੋ ਜਾਏਗਾ। ਮਹਾਰਾਜ ਕਹਿੰਦੇ ਤੁਸੀਂ ਤਾਂ ਮੁਕਤ ਨਹੀਂ ਹੋਏ, ਇੰਨੀਆਂ ਉਮਰਾਂ ਹੋ ਗਈਆਂ 1000-1500 ਸਾਲ ਤੱਕ ਦੀ, ਅਜੇ ਤੱਕ ਤੁਸੀਂ ਸੋਨੇ ਚਾਂਦੀ ਮੁੰਦਰ ਇਹਨਾਂ ਦੇ ਵਿੱਚ ਫਸੇ ਹੋਏ, ਹੀਰਿਆਂ ਦੇ ਵਿੱਚ ਤੁਸੀਂ ਮੁਕਤ ਤਾਂ ਨਹੀਂ ਹੋਏ। ਇਸ ਕਰਕੇ ਨਾਮ ਤੋਂ ਬਿਨਾਂ ਮੁਕਤੀ ਨਹੀਂ ਹੋ ਸਕਦੀ। ਤੇਰੀ ਗਤ ਮਿਤ ਤੂੰ ਹੈ ਜਾਣਹਿ। ਇਹ ਹੁਣ ਅਖੀਰਲਾ ਜਿਹੜਾ ਸਿੱਧ ਗੋਸ਼ਟ ਦੇ ਅਖੀਰਲੇ ਬਚਨ ਨੇ। ਮਹਾਰਾਜ ਪਰਮੇਸ਼ਰ ਦੀ ਉਸਤਤ ਦੇ ਵਿੱਚ ਜਾ ਕੇ ਸਮਾਪਤੀ ਕਰਦੇ ਨੇ ਸਿੱਧ ਗੋਸ਼ਟ ਦੀ। ਕਹਿਣ ਲੱਗੇ ਹੇ ਸੱਚੇ ਪਾਤਸ਼ਾਹ ਵਾਹਿਗੁਰੂ ਪਰਮੇਸ਼ਰ, ਤੇਰੀ ਗਤ ਮੈਨੇ ਅਵਸਥਾ, ਤੇਰੀ ਗਤ ਜਿਹੜੀ ਹੈ ਕਿਹੜੀ ਅਵਸਥਾ ਵਿੱਚ ਤੂੰ ਰਹਿਣਾ ਹੈ। ਅਤੇ ਮਿਤ ਮੈਨੇ ਸ਼ਕਤੀ, ਤੇਰੇ ਵਿੱਚ ਕਿੰਨੀ ਕੁ ਸ਼ਕਤੀ ਹੈ। ਇਹਨਾਂ ਦੋਵਾਂ ਚੀਜ਼ਾਂ ਨੂੰ ਤੁਸੀਂ ਆਪ ਹੀ ਜਾਣਦੇ ਹੋ, ਹੋਰ ਕੋਈ ਨਹੀਂ ਜਾਣ ਸਕਦਾ। ਕਿਆ ਕੋ ਆਖ ਵਖਾਣੈ, ਜੇ ਕੋਈ ਆਖਣ ਦਾ ਯਤਨ ਵੀ ਕਰੇ ਤੇ ਕਿੰਨਾ ਕੁ ਆਖ ਕੇ ਵਿਖਾਏਗਾ। ਭਾਵ ਉਹਦੇ ਪਕੜ ਵਿੱਚ ਨਹੀਂ ਆਉਣੀ, ਕਿੰਨੀ ਕੁ ਪਾਵਰ ਹੈ ਵਾਹਿਗੁਰੂ ਵਿੱਚ। ਤੂੰ ਆਪੇ ਗੁਪਤਾ ਆਪੇ ਪ੍ਰਗਟ। ਇਹ ਵਾਹਿਗੁਰੂ ਤੂੰ ਆਪ ਸਾਰੇ ਜੀਵਾਂ ਦੇ ਵਿੱਚ ਗੁਪਤ ਬਣ ਕੇ ਬੈਠਾ ਹੋਇਆ ਹੈ ਤੇ ਆਪ ਹੀ ਗੁਰਮੁਖਾਂ ਦੇ ਵਿੱਚ ਪ੍ਰਗਟ ਹੋ ਜਾਣਾ ਹੈ। ਆਪੇ ਸਭ ਰੰਗ ਮਾਣੈ, ਸਾਰੇ ਰੰਗ ਤੂੰ ਆਪ ਮਾਨਣ ਵਾਲਾ ਹੈ, ਪਰ ਸਾਰਿਆਂ ਤੋਂ ਉਲਿਪਤ ਰਹਿੰਦਾ, ਵੱਖਰਾ ਰਹਿਣਾ ਹੈ। ਸਾਧਕ ਸਿੱਧ ਗੁਰੂ ਬਹੁ ਚੇਲੇ, ਬੜੇ ਸਾਧਨਾ ਕਰਨ ਵਾਲੇ ਤੇ ਸਿੱਧ ਜਿਹੜੇ ਬਣ ਗਏ, ਜਿਹੜੇ ਗੁਰੂ ਬਣੇ ਬੈਠੇ ਹਨ, ਬੜੇ ਉਹਨਾਂ ਦੇ ਚੇਲੇ ਹਨ। ਖੋਜਤ ਫਿਰਹਿ ਫੁਰਮਾਣੈ, ਉਹ ਖੋਜਦੇ ਫਿਰਦੇ ਹਨ ਤੇਰੇ ਫੁਰਮਾਨ ਦੇ ਵਿੱਚ ਹੀ, ਤੇਰੀ ਖੋਜ ਕਰ ਰਹੇ ਹਨ ਮਹਾਰਾਜ ਸੱਚੇ ਪਾਤਸ਼ਾਹ। ਮੰਗਹਿ ਨਾਮ ਪਾਏ ਇਹ ਭਿਖਿਆ, ਕਈ ਤੇਰੇ ਤੋਂ ਨਾਮ ਮੰਗਦੇ ਹਨ ਵੀ ਇਹ ਭਿਖਿਆ ਪਾ ਦਿਓ ਸਾਡੀ ਝੋਲੀ ਵਿੱਚ। ਕਿਹੜੀ ਭਿਖਿਆ? ਉਹ ਅੱਗੇ ਦੱਸਦੇ ਹਨ ਤੇਰੇ ਦਰਸ਼ਨ ਕਉ ਕੁਰਬਾਨੈ, ਤੇਰੇ ਦਰਸ਼ਨ ਤੋਂ ਅਸੀਂ ਕੁਰਬਾਨ ਜਾਂਦੇ ਹਾਂ ਸੱਚੇ ਪਾਤਸ਼ਾਹ। ਦਰਸ਼ਨਾਂ ਦੀ ਜਿਹੜੀ ਭੀਖ ਹੈ ਉਹ ਸਾਡੀ ਝੋਲੀ ਵਿੱਚ ਪਾ ਦਿਓ ਮਹਾਰਾਜ। ਅਬਿਨਾਸੀ ਪ੍ਰਭ ਖੇਲ ਰਚਾਇਆ, ਅਬਿਨਾਸੀ ਜਿਹੜਾ ਕਦੀ ਨਾਸ ਨਹੀਂ ਹੁੰਦਾ, ਉਸ ਪ੍ਰਭੂ ਨੇ ਖੇਡ ਰਚਾਈ ਹੈ ਸੰਸਾਰ ਦੀ। ਗੁਰਮੁਖ ਸੋਝੀ ਹੋਈ, ਗੁਰਮੁਖਾਂ ਨੂੰ ਸੋਝੀ ਹੋਈ ਹੈ ਵੀ ਇਹ ਤਾਂ ਖੇਡ ਰਚੀ ਹੋਈ ਉਹਨੇ, ਤੇ ਮਨੁੱਖ ਇਹਨੂੰ ਸੱਚੀ ਸਮਝ ਕੇ ਇਹਦੇ ਕਲਪੀ ਜਾਂਦਾ ਹੈ। ਇਹ ਤਾਂ ਮਹਾਰਾਜ ਦੀ ਖੇਡ ਹੈ ਸੱਚੇ ਪਾਤਸ਼ਾਹ ਦੀ। ਨਾਨਕ ਸਭ ਜੁਗ ਆਪੇ ਵਰਤੈ, ਮਹਾਰਾਜ ਕਹਿੰਦੇ ਸਾਰੇ ਜਿਉਂ ਤੋਂ ਸ੍ਰਿਸ਼ਟੀ ਬਣੀ ਏ, ਸਾਰੇ ਯੁਗਾਂ ਤੋਂ ਆਪ ਹੀ ਸੱਚਾ ਪਾਤਸ਼ਾਹ ਵਰਤ ਰਿਹਾ ਸੰਸਾਰ ਦੇ ਅੰਦਰ। ਦੂਜਾ ਅਵਰ ਨ ਕੋਈ, ਹੋਰ ਕੋਈ ਦੂਜਾ ਨਹੀਂ ਹੈ ਉਹਦੇ ਬਰਾਬਰ ਦਾ, ਜਿਹੜਾ ਇਸ ਸ੍ਰਿਸ਼ਟੀ ਨੂੰ ਇਹ ਬਣਾ ਸਕੇ, ਸਾਰੇ ਕਾਰਜ ਨੂੰ ਚਲਾ ਸਕੇ। ਇਹ ਇੱਕ ਬਾਣੀ ਹੈ ਜਿਹੜੀ ਸਿੱਧ ਗੋਸ਼ਟ 73 ਇਹਦੇ ਅੰਕ ਹਨ, ਔਰ ਇਹ ਸਿੱਧਾਂ ਦੇ ਨਾਲ 2 ਥਾਵਾਂ 'ਤੇ ਹੋਈ ਹੈ। ਇੱਕ ਇੱਥੇ ਅਚਲ ਬਟਾਲੇ ਦੇ ਵਿੱਚ ਅਤੇ ਇੱਕ ਹੋਈ ਸੁਮੇਰ ਪਰਬਤ 'ਤੇ। ਮਹਾਰਾਜ ਨੇ ਉਹਨਾਂ ਨੂੰ ਉਪਦੇਸ਼ ਦਿੱਤਾ, ਕਹਿਣ ਲੱਗੇ ਵੀ ਸੰਸਾਰ ਨੂੰ ਛੱਡ ਕੇ ਇਹ ਮਤ ਸੋਚੋ ਕਿ ਸੰਸਾਰ ਛੱਡਣ ਦੇ ਨਾਲ ਪਰਮੇਸ਼ਰ ਦੇ ਦਰ 'ਤੇ ਪ੍ਰਵਾਨ ਹੋ ਜਾਓਗੇ। ਬਸ ਇੱਕ ਸਿਧਾਂਤ ਦੇ ਉੱਤੇ ਸਾਰੀ ਬਾਣੀ ਉਚਾਰਨ ਕਰ ਦਿੱਤੀ। ਮਹਾਰਾਜ ਨੇ ਕਿਹਾ ਵੀ ਮੈਂ ਇਸ ਤਰ੍ਹਾਂ ਦਾ ਇੱਕ ਵਾਰ-ਵਾਰ ਤੁਸੀਂ ਸੁਣਿਆ ਬਾਣੀ ਦੇ ਵਿੱਚ ਗੁਰਮੁਖ ਸ਼ਬਦ ਆਇਆ ਹੈ। ਕਹਿੰਦੇ ਗੁਰਮੁਖ ਬਣਨ ਤੋਂ ਬਿਨਾਂ ਕਿਸੇ ਦਾ ਪਾਰ ਉਤਾਰਾ ਨਹੀਂ ਹੈ। ਅਤੇ ਗੁਰਮੁਖ ਕੌਣ ਹੈ? ਜਿਹਦਾ ਸਰੀਰ ਆਪਣਾ ਹੈ ਪਰ ਉਹਦੇ ਮੁੱਖ ਵਿੱਚ ਆਵਾਜ਼ ਗੁਰੂ ਦੀ ਹੈ, ਬਾਣੀ ਦੀ ਹੈ। ਜਿਹਦਾ ਸਰੀਰ, ਅੱਖਾਂ ਆਪਣੀਆਂ ਨੇ, ਦ੍ਰਿਸ਼ਟੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੈ। ਸਾਰਾ ਯਾਨੀ ਕਿ ਗੁਰਮੁਖ ਹੈ ਕੌਣ ਹੈ? ਇੱਕ ਸੰਪੂਰਨ ਮਨੁੱਖ ਜਿਹਦੇ ਅੰਦਰ ਬਾਹਰੋਂ
इस सिद्ध गोष्ठ विच ऐसा वर्णन किया महाराज सच्चे पातशाह जी ने कि गुरमुख नूं मैं इस तरह बना दिता है कि वह हत्थां पैरां नाल बाहर काम करी जाएगा, मूँह नाल गलबात करेगा, लोड़ मात्र खावे पीवेगा, परिवार विच रहेगा, पर ਉਹਦੇ अंदरला जिहड़ा एक हिस्सा है ਉਹ लगातार गरीब नवाज वाहगुरू ਦੇ ਚਰਨਾਂ ਨਾਲ ਉਹਦੀ ਤਾਰ ਬਣੀ रहेगी, जुड़ी रहेगी सुरत। इस तरह उन्होंने उपदेश दिता सी गुरु साहब ने। और नाल नाल सिद्ध बड़े सियाणे लोग सी, इस तरह नहीं भी एवं कोई विरोधी सन। उन्होंने बड़े सोहने सवाल पूछे ने। मैं तो कई बार सोचना भी सिख भी इस तरह के सवाल करन, पर बड़े घट ने इस तरह के परमार्थ के सवाल करते होणगे। बस दूजियां गल्लां चुटकलियां ते बहुते खुश रहिंदे ने भी ताड़ियां मार के घर नूं जाओ, पर कदी सिद्ध गोष्ठ बाणी पढ़ो। उन्होंने किवें एडी अध्यात्म की गल कीती भी मन कित्थे रहिंदा, सुरती मन किहड़े टिकाणे ते रहिंदा, शब्द कित्थे रहिंदा। सो ये सिद्ध गोष्ठ बाणी है, इहदी विचार है। इस तो अगे इत्थे सिद्ध गोष्ठ की समाप्ति है। इस तो अगे वार जिहड़ी रामकली की वार है, महला तीजा तीजे पातशाह की लिखी वही शुरू हुंदी है। एक ओंकार सतगुर प्रसाद, रामकली की वार महला तीजा। जोधै वीरै पूरबाणी की धुनी, श्लोक महला तीजा। एक ओंकार सतगुर प्रसाद, अकाल पुरख एक ओंकार स्वरूप सर्व व्यापक धुनी है, जो सारे थावां ते व्यापक है और सतगुर की किरपा नाल प्राप्त हुंदा है। ये रामकली की वार है। दे विच पौड़ियां तीसरे पातशाह दीयां पौड़ियां हन और श्लोक जिहड़े ने वक्रे वक्रे पातशाहां दे श्लोक हन। किते पहले पातशाह दे किते दूजे पातशाह दे आ गए। तो इस तरह तीजे पातशाह का श्लोक है पहला। और इहदे उत्ते जिहड़ी धुनी चढ़ाई हुई गुरु हरगोबिंद साहब महाराज सच्चे पातशाह ने धुनियां चढ़ाइयां ने। ये जोधा वीर है पुरबाणी की धुनी। पुरबाणी दे पुत्र सन दो, एक जोधा सी एक वीरा सी। ये बड़े तगड़े सन लड़न दे विच। तां अकबर दे नाल अकबर दा समान खो लैंदे सी। उत्थे इन्हां दी जिहड़ी लड़ाई हुई अकबर दे सिपाहियां दे नाल, बड़ी तगड़ी लड़ाई हुई। ਉਹਦੇ ਵਿੱਚ बड़ी वीरता दे नाल लड़े। तां फिर ਜਿਹੜੇ ਢਾਡੀ सन उन्हां ने इन्हां दी वार बनाई सी। तां ਉਹ वार ਜਿਹੜੀ है ਇੱਥੇ गुरु हरगोबिंद साहब जी दे कोल छेवें पातशाह दे कोल भाई नत्था ते अब्दुल्ला ਢਾਡੀ सन। उन्हां ने जोधे ते वीरे दी ਇੱਥੇ वार ਜਿਹੜੀ सी सुनाई गुरु साहब नूं। महाराज ने कहा भी इनू रामकली की वार दे नाल जिहड़ी धुनी है लाओ, यानी कि जिहड़ी रामकली की वार है ये जोधे वीरे दी जिहड़ी पुरबाणी की धुनी बनाई हुई है, ये ਉਹਦੇ ਉੱਤੇ उस तरीके दे नाल गाउणी है। श्लोक महला तीजा, सतगुर सहजै दा खेत है। महाराज कहंदे ने कि सतगुरु गरीब नवाज शब्द रूप सहजे दा भाव बड़े गैर गंभीर टिकाव वाले हैं। ਉਹਦਾ खेत है, सहजे दा खेत है। कहन लगे ਇਹਦੇ ਵਿੱਚ ਜਿਵੇਂ ਦਾ ਬੀਜਾਂਗੇ, ਜੇ ਨਾਮ ਬੀਜਾਂਗੇ ਤੇ ਪ੍ਰਾਪਤ ਹੋਵੇਗਾ। ਜਿਸਨੂੰ ਲਾਏ ਭਾਉ, ਜਿਸ ਨੂੰ ਭਾਉ ਲਾਏ, ਆਪਣੇ ਉੱਤੇ ਪ੍ਰੇਮ ਲਾ ਲਵੇ, ਆਪਣੇ ਵੱਲ ਖਿੱਚ ਲਵੇ ਸੱਚਾ ਪਾਤਸ਼ਾਹ। ਨਾਉ ਬੀਜੇ ਨਾਉ ਉਗਵੈ। ਜੇ ਕੋਈ ਗੁਰੂ ਨਾਲ ਪ੍ਰੇਮ ਕਰੇ, ਗੁਰੂ ਨਾਲ ਪਿਰਹੜੀ ਕਰੇ, ਤਾਂ ਨਾਮ ਬੀਜੇ, ਨਾਮ ਜਪੇ, ਸਤਿਗੁਰੂ ਜੀ ਵੱਲੋਂ ਦਿੱਤਾ ਹੋਇਆ ਤੇ ਨਾਮ ਉਗ ਪੈਂਦਾ ਹੈ। ਨਾਮੇ ਰਹਿ ਸਮਾਏ, ਤਾਂ ਨਾਮ ਦੇ ਵਿੱਚ ਸਮਾਇਆ ਰਹਿੰਦਾ ਉਹ ਗੁਰੂ ਕਾ ਸਿੱਖ ਜਿਹੜਾ ਗੁਰੂ ਨਾਲ ਪ੍ਰੇਮ ਕਰਦਾ ਹੈ। ਹਉਮੈ ਇਹੋ ਬੀਜ ਹੈ। ਪਰ ਦੂਜੇ ਪਾਸੇ ਹਉਮੈ ਮੂਲ ਹੈ ਸਾਰੇ ਦੁੱਖ ਦਾ। ਜਿੰਨੇ ਦੁੱਖ ਨੇ ਉਹਦਾ ਬੀਜ ਮੈਨੇ ਮੂਲ। ਆਰੰਭਤਾ ਇੱਥੋਂ ਹੁੰਦੀ ਹੈ ਹਉਮੈ ਤੋਂ। ਸਾਸਾ ਗਿਆ ਵਿਲਾਏ। ਕਹਿਣ ਲੱਗੇ ਇਹ ਸੰਸਾ ਸੀ ਜਿਹੜਾ ਉਹਨਾਂ ਦਾ ਵਿਲਾਏ ਚਲਾ ਗਿਆ। ਕਿਹੜੇ? ਜਿਨ੍ਹਾਂ ਨੇ ਸਤਿਗੁਰੂ ਦਾ ਨਾਮ ਰੂਪੀ ਜਿਹੜਾ ਬੀਜ ਹੈ ਬੀਜਿਆ ਹੈ। ਨਾ ਕਿਛ ਬੀਜੇ ਨਾ ਉਗਵੈ। ਨਾ ਉਹ ਕੁਝ ਹੋਰ ਬੀਜਦਾ ਹੈ ਤੇ ਨਾ ਹੋਰ ਕੋਈ ਕਰਮ ਕਰਦਾ, ਨਾ ਉਸ ਤਰ੍ਹਾਂ ਦਾ ਉਗਦਾ ਕੁਝ। ਜੋ ਬਖਸ਼ੇ ਸੋ ਖਾਏ। ਉਸ ਗੁਰਮੁਖ ਨੂੰ ਜਿਹੜਾ ਸਤਿਗੁਰੂ ਨਾਲ ਪਿਆਰ ਕਰਦਾ ਹੈ, ਕਹਿਣ ਲੱਗੇ ਜੋ ਬਖਸ਼ ਦਿੰਦਾ, ਬਖਸ਼ਿਸ਼ ਕਰ ਦਿੰਦਾ ਹੈ, ਉਹ ਹੀ ਖਾਂਦੇ ਨੇ ਗੁਰੂ ਕੇ ਸਿੱਖ ਪਿਆਰ ਨਾਲ। ਅੰਬੈ ਛੇਤੀ ਅੰਬ ਰਲਿਆ। ਮਹਾਰਾਜ ਕਹਿੰਦੇ ਜਿਵੇਂ ਅੰਬੈ ਮੈਨੇ ਪਾਣੀ, ਪਾਣੀ ਦੇ ਵਿੱਚ ਪਾਣੀ ਜਿਵੇਂ ਰਲ ਜਾਂਦਾ ਹੈ, ਬਾਹੁੜ ਨਾ ਨਿਕਸਿਆ ਜਾਏ। ਪਰਤ ਕੇ ਜਿਵੇਂ